नमस्कार दोस्तों, स्वागत है ਤੁਹਾਡਾ ਜੀ ਤੁਹਾਡੇ ਆਪਣੇ YouTube ਚੈਨਲ ਸਟੱਡੀ ਟੇਬਲ ਵਿਦ ਐਸਕੇ ਦੇ ਵਿੱਚ। ਆਪਾਂ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਮੋਸਟ ਇੰਪੋਰਟੈਂਟ ਕੁਐਸਚਨ ਦੀ ਸੀਰੀਜ਼ ਲੈ ਕੇ। SST ਮਾਸਟਰ ਕੈਡਰ ਦੇ ਐਗਜ਼ਾਮ ਦੇ ਲਈ ਤੁਹਾਨੂੰ ਪਤਾ ਹੈ ਪੇਪਰ ਬਹੁਤ ਨਜ਼ਦੀਕ ਆ ਰਿਹਾ, ਸੋ ਤਿਆਰੀ ਜਿਹੜੀ ਹੈ ਥੋੜੀ ਫਾਸਟ ਟਰੈਕ ਨਾਲ ਕੀਤੀ ਜਾਵੇ। ਪਹਿਲਾ ਕੁਐਸਚਨ ਜਿਹੜਾ ਤੁਹਾਡੀ ਸਕਰੀਨ ਤੇ ਹੈ, ਗੰਗਾ ਨਦੀ ਦੇ ਕੰਢੇ ਤੇ ਚੀਨੀ ਯਾਤਰੀਆਂ ਲਈ ਮੰਦਿਰ ਦਾ ਨਿਰਮਾਣ ਕਿਸ ਨੇ ਕਰਵਾਇਆ? ਗੰਗਾ ਨਦੀ ਦੇ ਕੰਢੇ ਤੇ ਚੀਨੀ ਯਾਤਰੀਆਂ ਦੇ ਲਈ ਇੱਕ ਮੰਦਿਰ ਬਣਵਾਇਆ ਗਿਆ ਸੀ, ਉਸ ਦਾ ਨਿਰਮਾਣ ਜਿਹੜਾ ਉਹ ਕਿਸ ਨੇ ਕਰਵਾਇਆ ਸੀ? ਤਾਂ ਆਪਣਾ ਆਨਸਰ ਕੀ ਹੋਏਗਾ ਜੀ? ਆਨਸਰ ਹੈ ਆਪਣਾ ਸ਼੍ਰੀ ਗੁਪਤ। ਸ਼੍ਰੀ ਗੁਪਤ ਜਿਹੜਾ ਕਿੰਗ ਸੀਗਾ ਉਸਨੇ ਜਿਹੜਾ ਹੈ ਗੰਗਾ ਨਦੀ ਦੇ ਕੰਢੇ ਤੇ ਚੀਨੀ ਯਾਤਰੀਆਂ ਲਈ ਇੱਕ ਮੰਦਿਰ ਦਾ ਨਿਰਮਾਣ ਕਰਵਾਇਆ ਸੀਗਾ। ਇਹ ਜਾਣਕਾਰੀ ਆਪਾਂ ਨੂੰ ਮਿਲਦੀ ਹੈ ਜਿਹੜਾ ਚੀਨੀ ਯਾਤਰੀ ਇਤ ਸਿੰਘ ਸੀਗਾ। ਇਤ ਸਿੰਘ ਜਿਹੜਾ ਸੀਗਾ ਉਸਨੇ ਜਦੋਂ ਨਾਲੰਦਾ ਦਾ ਵਰਣਨ ਜਿੱਥੇ ਕੀਤਾ ਹੈ, ਨਾਲੰਦਾ ਦਾ ਵਰਣਨ ਕਰਦੇ ਸਮੇਂ ਉਸਨੇ ਇਹ ਜਾਣਕਾਰੀ ਜਿਹੜੀ ਹੈ ਸ਼ੇਅਰ ਕੀਤੀ ਹੈ ਕਿ ਗੰਗਾ ਨਦੀ ਦੇ ਕਿਨਾਰੇ ਚੀਨੀਆਂ ਲਈ ਇੱਕ ਮੰਦਿਰ ਬਣਵਾਇਆ ਗਿਆ ਸੀਗਾ। ਉਸ ਦਾ ਨਿਰਮਾਣ ਕਿਸਨੇ ਕਰਵਾਇਆ ਸੀ? ਸ਼੍ਰੀ ਗੁਪਤ ਨੇ ਕਰਵਾਇਆ ਸੀ। ਨੈਕਸਟ ਕੁਐਸਚਨ ਆਪਣਾ, ਸੋਨੇ ਚਾਂਦੀ ਦੇ ਗਹਿਣੇ ਕਿਹੜੇ ਹੜੱਪਾ ਕੇਂਦਰ ਤੋਂ ਪ੍ਰਾਪਤ ਹੋਏ ਹਨ? ਸੋਨੇ ਚਾਂਦੀ ਦੇ ਜਿਹੜੇ ਗਹਿਣੇ ਸੀ ਉਹ ਕਿਹੜੇ ਹੜੱਪਾ ਕੇਂਦਰ ਤੋਂ ਆਪਾਂ ਨੂੰ ਪ੍ਰਾਪਤ ਹੋਏ ਹਨ? ਇਸ ਦਾ ਰਾਈਟ ਆਨਸਰ ਕੀ ਹੋਏਗਾ ਜੀ? ਇਸ ਦਾ ਰਾਈਟ ਆਨਸਰ ਹੋਏਗਾ ਅਲਾਦੀਨੋ। ਅਲਾਦੀਨੋ ਤੋਂ ਜਿਹੜਾ ਹੈ ਇਹ ਜਿਹੜੀ ਹੜੱਪਨ ਸਾਈਟ ਹੈਗੀ ਹੜੱਪਾ ਦੀ, ਇਸ ਤੋਂ ਜਿਹੜੇ ਸੋਨੇ ਚਾਂਦੀ ਦੇ ਗਹਿਣੇ ਪ੍ਰਾਪਤ ਹੋਏ ਨੇ। ਠੀਕ ਹੈ ਜੀ। ਇਹ ਕਿੱਥੇ ਹੈ ਅਲਾਦੀਨੋ? ਇਹ ਅਰਬ ਸਾਗਰ ਅਤੇ ਕਰਾਚੀ, ਪਾਕਿਸਤਾਨ ਦੇ ਵਿੱਚ ਜਿਹੜਾ ਕਰਾਚੀ ਹੈ ਉਸ ਦੇ ਨੇੜੇ ਸਥਿਤ ਹੈਗਾ ਅਲਾਦੀਨੋ। ਇਸ ਦੀ ਖੁਦਾਈ ਜਿਹੜੀ ਕਰਵਾਈ ਗਈ ਸੀਗੀ ਉਹ ਕਰਵਾਈ ਗਈ ਸੀ 1982 ਦੇ ਵਿੱਚ, ਅਤੇ ਇਸ ਦੇ ਜਿਹੜਾ ਖੋਜਕਰਤਾ ਸੀਗਾ ਉਹ ਸੀਗਾ ਫਾਇਰ ਸਰਵਿਸ। ਇਸ ਦੁਆਰਾ ਜਿਹੜੀ ਹੈ ਖੁਦਾਈ ਕਰਵਾਈ ਗਈ ਸੀਗੀ 1982 ਦੇ ਵਿੱਚ। ਜਦੋਂ ਆਪਾਂ ਮੈਪ ਦੇ ਵਿੱਚ ਦੇਖਦੇ ਹਾਂ ਆ ਜਿਹੜਾ ਗੁਜਰਾਤ ਵਾਲਾ ਹਿੱਸਾ ਹੈ ਆਪਣਾ ਨਾ, ਗੁਜਰਾਤ ਵਾਲਾ ਹਿੱਸਾ ਹੈ, ਤਾਂ ਗੁਜਰਾਤ ਦੇ ਸਾਈਡ ਤੇ ਪਾਕਿਸਤਾਨ ਦੇ ਵਿੱਚ ਕਰਾਚੀ ਅਤੇ ਜਿਹੜਾ ਅਰਬ ਸਾਗਰ ਹੈ, ਇੱਥੇ ਇੱਕ ਪੁਆਇੰਟ ਹੈ ਜਿਹਨੂੰ ਜਿਹੜਾ ਕਿ ਅਲਾਦੀਨੋ ਦੇ ਨਾਮ ਤੇ ਜਾਣਿਆ ਜਾਂਦਾ ਹੈ। ਇੱਥੇ ਆਪਾਂ ਨੂੰ ਸੋਨੇ ਤੇ ਚਾਂਦੀ ਦੇ ਗਹਿਣੇ ਜਿਹੜੇ ਉਹ ਪ੍ਰਾਪਤ ਹੋਏ ਨੇ। ਨੈਕਸਟ ਕੁਐਸਚਨ ਹੈ, ਸਭ ਤੋਂ ਹੇਠਲੇ ਪੱਧਰ ਤੇ ਸੈਂਧਵ ਸੰਸਕ੍ਰਿਤੀ ਦੇ ਅਵਸ਼ੇਸ਼ ਕਿੱਥੋਂ ਮਿਲੇ ਨੇ? ਸੈਂਧਵ ਜਿਹੜੀ ਸੰਸਕ੍ਰਿਤੀ ਹੈ ਉਸ ਦੇ ਅਵਸ਼ੇਸ਼ ਜਿਹੜੇ ਨੇ ਆਪਾਂ ਨੂੰ ਕਿੱਥੋਂ ਪ੍ਰਾਪਤ ਹੋਏ ਨੇ? ਇਸ ਦਾ ਰਾਈਟ ਆਨਸਰ ਜਿਹੜਾ ਹੈ ਉਹ ਕੀ ਹੋਏਗਾ? ਰਾਈਟ ਆਨਸਰ ਹੋਏਗਾ ਚਨਹੁਦਲੋ ਤੋਂ। ਚਨਹੁਦਲੋ ਜਿਹੜੀ ਸਾਈਟ ਹੈ ਉਸ ਤੋਂ ਆਪਾਂ ਨੂੰ ਸੈਂਧਵ ਸੰਸਕ੍ਰਿਤੀ ਦੇ ਅਵਸ਼ੇਸ਼ ਜਿਹੜੇ ਨੇ ਉਹ ਪ੍ਰਾਪਤ ਹੋਏ ਨੇ। ਠੀਕ ਹੈ। ਚਨਹੁਦਲੋ ਕੇਂਦਰ ਤੋਂ ਹੀ ਜਿਹੜਾ ਹੈ ਜਿਹੜੇ ਇਸ਼ਨਾਨ ਘਰ ਮਿਲੇ ਨੇ ਜਾਂ ਫਿਰ ਜਿਹੜੇ ਪਖਾਨੇ ਮਿਲੇ ਨੇ, ਉਹਨਾਂ ਦੇ ਜਿਹੜੇ ਫਰਸ਼ ਜਿਹੜੇ ਸੀਗੇ ਉਹ ਇੱਟਾਂ ਨਾਲ ਬਣੇ ਹੋਏ ਸੀ। ਇਹ ਵੀ ਆਪਾਂ ਨੂੰ ਚਨਹੁਦਲੋ ਤੋਂ ਹੀ ਮਿਲੇ ਨੇ। ਨੈਕਸਟ ਕੁਐਸਚਨ ਹੈ, ਹੱਡੀਆਂ ਤੋਂ ਬਣੇ ਨੁਕੀਲੇ ਤਰਕਸ਼ ਕਿਹੜੇ ਕੇਂਦਰ ਤੋਂ ਪ੍ਰਾਪਤ ਹੋਏ? ਹੱਡੀਆਂ ਤੋਂ ਬਣੇ ਨੁਕੀਲੇ ਤਰਕਸ਼ ਜਿਹੜੇ ਨੇ ਉਹ ਕਿਹੜੇ ਕੇਂਦਰ ਤੋਂ ਆਪਾਂ ਨੂੰ ਪ੍ਰਾਪਤ ਹੋਏ ਨੇ? ਤਾਂ ਕਿੱਥੋਂ ਪ੍ਰਾਪਤ ਹੋਏ ਨੇ ਜੀ? ਇਹ ਪ੍ਰਾਪਤ ਹੋਏ ਨੇ ਮਾਂਡਾ ਤੋਂ। ਮਾਂਡਾ ਸਥਿਤੀ ਤੁਹਾਨੂੰ ਪਤਾ ਹੈ ਕਿੱਥੇ ਜੀ? ਜੰਮੂ ਕਸ਼ਮੀਰ ਦੇ ਵਿੱਚ। ਸਭ ਤੋਂ ਜੇ ਆਪਾਂ ਨਾਰਥ ਦੀ ਗੱਲ ਕਰੀਏ, ਉੱਤਰੀ ਸਾਈਡ ਜਿਹੜੀ ਹੈ ਆਪਣੀ ਹੜੱਪਾ ਦੀ, ਉਹ ਕਿੱਥੇ ਹੈ ਜੀ? ਮਾਂਡਾ ਹੈ, ਜੰਮੂ ਕਸ਼ਮੀਰ ਦੇ ਵਿੱਚ। ਜਿੱਥੋਂ ਕਿ ਲਾ ਲਓ ਬਲੇਡ ਅਤੇ ਕਾਂਸਾ ਤੋਂ ਬਣੇ ਹੋਏ ਪੇਚਦਾਰ ਪਿੰਨ ਜਿਹੜੇ ਨੇ ਉਹ ਵੀ ਉੱਥੋਂ ਆਪਾਂ ਨੂੰ ਪ੍ਰਾਪਤ ਹੋਏ ਨੇ, ਜੰਮੂ ਕਸ਼ਮੀਰ ਤੋਂ, J&K ਤੋਂ, ਮਾਂਡਾ ਸਾਈਡ ਤੋਂ। ਨੈਕਸਟ ਕੁਐਸਚਨ ਆਪਣਾ, ਵੈਦਿਕ ਕਾਲ 'ਚ ਵੈਸ਼ ਵਰਗ ਦੇ ਲੋਕ ਕਿਸ ਤੋਂ ਬਣਿਆ ਜਨੇਊ ਪਾਉਂਦੇ ਸਨ? ਵੈਦਿਕ ਕਾਲ ਦੀ ਗੱਲ ਕਰ ਰਹੇ ਹਾਂ। ਵੈਦਿਕ ਕਾਲ ਦੇ ਵਿੱਚ ਵੈਸ਼ ਵਰਗ ਜਿਹੜਾ ਸੀਗਾ ਉਸ ਦੇ ਲੋਕ ਕਿਸ ਤੋਂ ਬਣਿਆ ਜਨੇਊ ਪਾਉਂਦੇ ਸਨ? ਤਾਂ ਕਿਸ ਤੋਂ ਬਣਿਆ ਪਾਉਂਦੇ ਸੀਗੇ ਜੀ? ਉੱਤਰ ਆਪਣਾ ਉੱਨ ਤੋਂ ਬਣਿਆ ਹੋਇਆ। ਉੱਨ ਤੋਂ ਬਣਿਆ ਜਨੇਊ ਵੈਸ਼ ਵਰਗ ਦੇ ਲੋਕ ਜਿਹੜੇ ਉਹ ਪਾਉਂਦੇ ਸੀਗੇ। ਤੁਹਾਨੂੰ ਪਤਾ ਹੈ ਜਦੋਂ ਬੱਚਿਆਂ ਦਾ ਜਨਮ ਹੁੰਦਾ ਸੀਗਾ ਉਹਨਾਂ ਦੇ ਗਲ 'ਚ ਇੱਕ ਧਾਗਾ ਪਾਇਆ ਜਾਂਦਾ ਸੀਗਾ ਤਾਂ ਕਿ ਬੁਰੀ ਆਤਮਾ ਤੋਂ ਜਿਹੜਾ ਹੈ ਬਚਣ ਦੇ ਲਈ ਪੰਡਤਾਂ ਤੋਂ ਮੰਤਰਾਂ ਦਾ ਉਚਾਰਨ ਕਰਵਾ ਕੇ ਉਹ ਧਾਗਾ ਤਿਆਰ ਕੀਤਾ ਜਾਂਦਾ ਸੀਗਾ, ਉਹ ਬੱਚਿਆਂ ਦੇ ਗਲ 'ਚ ਪਾਇਆ ਜਾਂਦਾ ਸੀਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਹੈ ਉਹ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀਗਾ, ਉਹਨਾਂ ਨੇ ਉਹਦਾ ਖੰਡਨ ਕੀਤਾ ਸੀਗਾ। ਇਸ ਤੋਂ ਇਲਾਵਾ ਅਗਰ ਉਸ ਸਮੇਂ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਕਈ ਵੰਸ਼ ਸੀਗੇ ਉਸ ਟਾਈਮ ਜਿਹੜੇ ਪੰਡਿਤ ਸੀਗੇ
ਪੰਡਿਤ ਜਿਹੜੇ ਸੀਗੇ ਇਹ ਸੂਤ ਦਾ ਬਣਾਇਆ ਹੋਇਆ ਜਨੇਊ ਪਾਉਂਦੇ ਸੀਗੇ। ਠੀਕ ਹੈ, ਜਿਹੜੇ ਕਸ਼ਤਰੀ ਵਰਗ ਦੇ ਸੀਗੇ ਉਹ ਸਣ ਤੋਂ ਬਣਿਆ ਹੋਇਆ ਜਿਹੜਾ ਸੂਤ ਜਨੇਊ ਪਾਉਂਦੇ ਸੀਗੇ। ਵੈਸ਼ ਵਰਗ ਕਾਹਦਾ ਪਾਉਂਦੇ ਸੀਗੇ? ਉੱਨ ਤੋਂ ਬਣਿਆ ਹੋਇਆ, ਪੰਡਿਤ ਸੂਤ ਤੋਂ ਬਣਿਆ ਹੋਇਆ, ਕਸ਼ਤਰੀ ਸਣ ਤੋਂ ਬਣਿਆ ਹੋਇਆ। ਅਤੇ ਇੱਕ ਹੋਰ ਰਹਿ ਗਏ ਜਿਹੜੇ ਸੀਗੇ ਸ਼ੂਦਰ ਜਿਹੜੇ ਸੀਗੇ ਉਹਨਾਂ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਸੀਗਾ, ਉਹ ਜਨੇਊ ਨਹੀਂ ਪਾ ਸਕਦੇ ਸੀਗੇ। ਠੀਕ ਹੈ, ਤਾਂ ਇਹ ਵੈਦਿਕ ਕਾਲ ਦੀਆਂ ਤਿੰਨੋਂ ਤੁਸੀਂ ਯਾਦ ਰੱਖ ਲਿਓ। ਨੈਕਸਟ ਕੁਐਸਚਨ ਹੈ ਆਪਣਾ, ਅਣਵਿਆਹੇ ਪੁਰਸ਼ਾਂ ਨੂੰ ਯੱਗ ਕਰਨ ਦਾ ਅਧਿਕਾਰ ਨਹੀਂ ਸੀਗਾ। ਇਸ ਦਾ ਜ਼ਿਕਰ ਜਿਹੜਾ ਹੈ ਕਿਸ ਵਿੱਚ ਆਉਂਦਾ ਹੈ? ਮਤਲਬ ਕਿਸ ਚੀਜ਼ ਇਹ ਦੱਸਿਆ ਗਿਆ ਹੈ ਕਿ ਜਿਹੜੇ ਅਣਵਿਆਹੇ ਪੁਰਸ਼ ਸੀਗੇ, ਅਨਮੈਰਿਡ ਪਰਸਨ ਨੂੰ ਯੱਗ ਕਰਾਉਣ ਦਾ ਅਧਿਕਾਰ ਨਹੀਂ ਸੀਗਾ। ਤੇ ਇਹ ਆਪਾਂ ਨੂੰ ਇਸ ਦਾ ਜਿਹੜਾ ਸਬੂਤ ਹੈ ਉਹ ਮਿਲਦਾ ਜੀ ਆਪਾਂ ਨੂੰ, ਆਨਸਰ ਹੈ ਆਪਣਾ ਸ਼ਤਪਥ ਬ੍ਰਾਹਮਣ ਤੋਂ ਜਿਹੜਾ ਆਪਾਂ ਨੂੰ ਇਹ ਗਿਆਨ ਜਿਹੜਾ ਮਿਲਦਾ ਹੈ, ਇਹ ਦਿੱਤਾ ਗਿਆ ਹੈ, ਜਿਸ 'ਚ ਜ਼ਿਕਰ ਕੀਤਾ ਗਿਆ ਕਿ ਜਿਹੜੇ ਅਣਵਿਆਹੇ ਪੁਰਸ਼ ਸੀਗੇ ਉਹਨਾਂ ਨੂੰ ਯੱਗ ਕਰਨ ਦਾ ਅਧਿਕਾਰ ਨਹੀਂ ਸੀਗਾ। ਜਿਹੜੇ ਚਾਰ ਵੇਦ ਹੋਏ ਨੇ, ਚਾਰ ਵੇਦਾਂ ਤੋਂ ਬਾਅਦ ਜਿਹੜਾ ਹੈ ਆਉਂਦੇ ਨੇ ਬ੍ਰਾਹਮਣ ਗ੍ਰੰਥ, ਜਿਨ੍ਹਾਂ ਦੇ ਵਿੱਚ ਵੈਦਿਕ ਮੰਤਰਾਂ ਦਾ ਜਿਹੜਾ ਹੈ ਪੂਰਾ ਵਿਸਥਾਰ ਪੂਰਵਕ ਜਿਹੜਾ ਵਰਣਨ ਕੀਤਾ ਗਿਆ ਹੈ। ਠੀਕ ਹੈ, ਇਸ ਦਾ ਜਿਹੜਾ ਬ੍ਰਾਹਮਣ ਗ੍ਰੰਥ ਨੇ ਜਿਹੜੇ ਇਹਨਾਂ ਦਾ ਜਿਹੜਾ ਵਿਸ਼ਾ ਰਿਹਾ ਹੈ ਉਹ ਕਰਮਕਾਂਡ ਹੈਗਾ ਜੀ, ਅਤੇ ਜਿਹੜੀ ਇਹਦੀ ਭਾਸ਼ਾ ਹੈਗੀ ਹੈ ਉਹ ਹੈਗੀ ਹੈ ਗੱਦਾਤਮਕ। ਇਹ ਬਹੁਤ ਵਾਰੀ ਪੇਪਰਾਂ ਦੇ ਵਿੱਚ ਜਿਹੜਾ ਕੁਐਸਚਨ ਪੁੱਛਿਆ ਜਾ ਚੁੱਕਾ ਹੈ, ਪਹਿਲਾਂ ਵੀ ਰਿਪੀਟਡ ਕੁਐਸਚਨ ਆਏਗਾ ਜੇ ਆਇਆ ਤਾਂ, ਕਿ ਜਿਹੜੇ ਬ੍ਰਾਹਮਣ ਗ੍ਰੰਥ ਨੇ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਕਿਹੜੀ ਹੈ, ਤਾਂ ਉਹ ਗੱਦਾਤਮਕ ਹੈਗੀ ਜੀ। ਜੇ ਪੁੱਛਿਆ ਜਾਵੇ ਵਿਸ਼ਾ ਕਿਹੜਾ ਹੈ ਤਾਂ ਕਰਮਕਾਂਡ ਹੈ ਜੀ। ਠੀਕ ਹੈ, ਤਾਂ ਨੈਕਸਟ ਕੁਐਸਚਨ ਆਪਣਾ ਜੀ, ਮੌਰਿਆ ਵੰਸ਼ ਦੇ ਕੁੱਲ ਕਿੰਨੇ ਸ਼ਾਸਕ ਹੋਏ ਹਨ? ਕੁੱਲ ਪੁੱਛਿਆ ਆਪਣੇ ਤੋਂ, ਤਾਂ ਕੁੱਲ 10 ਸ਼ਾਸਕ ਜਿਹੜੇ ਨੇ ਮੌਰਿਆ ਵੰਸ਼ ਦੇ ਹੋਏ ਨੇ। ਠੀਕ ਹੈ, ਅਸ਼ੋਕ, ਬਿੰਦੂਸਾਰ, ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਕੁੱਲ ਕਾਊਂਟ ਕਰੀਏ ਆਪਾਂ ਤਾਂ 10 ਸ਼ਾਸਕ ਜਿਹੜੇ ਮੌਰਿਆ ਵੰਸ਼ ਦੇ ਹੋਏ ਨੇ ਜੀ। ਨੈਕਸਟ ਕੁਐਸਚਨ ਆਪਣਾ, ਮਾਰੀਕੰਬਾ ਟੈਂਪਲ ਭਾਰਤ ਦੇ ਕਿਹੜੇ ਰਾਜ 'ਚ ਹੈ? ਮਾਰੀਕੰਬਾ ਜਿਹੜਾ ਟੈਂਪਲ ਹੈ, ਮੰਦਿਰ ਹੈ, ਇਹ ਭਾਰਤ ਦੇ ਕਿਹੜੇ ਰਾਜ ਦੇ ਵਿੱਚ ਹੈ? ਤੇ ਕਿਹੜੇ ਰਾਜ 'ਚ ਹੈ ਜੀ ਇਹ? ਇਸ ਦਾ ਆਨਸਰ ਹੋਏਗਾ ਆਪਣਾ ਕਰਨਾਟਕ। ਇਹ ਕਰਨਾਟਕ 'ਚ ਹੈ। ਇਹ ਜਿਹੜਾ ਹੈ ਇਹ ਬਣਾਇਆ ਗਿਆ ਸੀਗਾ 1596 ਈਸਵੀ ਦੇ ਵਿੱਚ। ਵੈਂਕਟੱਪਾ ਨਾਇਕ ਜਿਹੜਾ ਸੀਗਾ, ਵੈਂਕਟੱਪਾ ਨਾਇਕ ਨੇ ਜਿਹੜਾ ਹੈ ਸਾਗਰ ਸ਼ਹਿਰ ਦਾ ਨਿਰਮਾਣ ਕਰਵਾਇਆ ਸੀਗਾ। ਠੀਕ ਹੈ, ਤਾਂ ਉੱਥੇ ਹੀ ਇਸਨੇ ਜਿਹੜਾ ਹੈ ਮਾਰੀਕੰਪਾ ਟੈਂਪਲ ਦਾ ਵੀ ਨਿਰਮਾਣ ਕੀਤਾ ਸੀਗਾ। ਇਹ ਜਿਹੜਾ ਮਾਰੀਕੰਪਾ ਟੈਂਪਲ ਹੈ ਇਹ ਦੇਵੀ ਪਾਰਵਤੀ, ਦੇਵੀ ਦੁਰਗਾ ਜਾਂ ਪਾਰਵਤੀ ਵੀ ਬੋਲ ਦਿੰਦੇ ਆ, ਇਸ ਦੇਵੀ ਨੂੰ ਜਿਹੜਾ ਹੈ ਉਹ ਸਮਰਪਿਤ ਸੀਗਾ ਮਾਰੀਕੰਪਾ ਟੈਂਪਲ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਆਪਣਾ, ਬੈਟਲ ਆਫ ਸੈਵਨੂਰ ਕਿਹੜੇ ਯੁੱਧ ਦਾ ਭਾਗ ਸੀ? ਬੈਟਲ ਆਫ ਸੈਵਨੂਰ ਕਿਹੜੇ ਯੁੱਧ ਦਾ ਹਿੱਸਾ ਸੀਗੀ? ਤਾਂ ਇਸ ਦਾ ਆਪਣਾ ਰਾਈਟ ਆਨਸਰ ਕੀ ਹੋਏਗਾ ਜੀ? ਇਹ ਹੋਏਗਾ ਆਪਣਾ ਮਰਾਠਾ ਮੈਸੂਰ ਯੁੱਧ। ਮਰਾਠਾ ਮੈਸੂਰ ਯੁੱਧ ਦਾ ਜਿਹੜਾ ਇਹ ਹਿੱਸਾ ਸੀਗੀ ਬੈਟਲ ਆਫ ਸੈਵਨੂਰ। ਇਹ ਜਿਹੜੀ ਹੈ ਸਤੰਬਰ ਤੋਂ ਲੈ ਕੇ ਅਕਤੂਬਰ 1786 ਦੇ ਵਿੱਚ ਜਿਹੜੀ ਹੈ ਇਹ ਲੜੀ ਗਈ। ਇਹ ਇੱਕ ਪਾਸੇ ਇਹਦੇ ਵਿੱਚ ਟੀਪੂ ਸੁਲਤਾਨ ਸੀਗਾ ਅਤੇ ਦੂਜੇ ਪਾਸੇ ਮਰਾਠਾ ਜਨਰਲ ਹਰੀਪੰਤ ਸੀਗਾ। ਠੀਕ ਹੈ, ਟੀਪੂ ਸੁਲਤਾਨ ਇੱਕ ਪਾਸੇ ਸੀਗਾ ਮੈਸੂਰ ਦਾ ਸ਼ਾਸਕ ਅਤੇ ਦੂਜੇ ਪਾਸੇ ਮਰਾਠਾ ਜਨਰਲ ਹਰੀਪੰਤ ਸੀਗਾ। ਇਹ ਲੜੀ ਗਈ ਸਤੰਬਰ ਅਕਤੂਬਰ 1786 ਦੇ ਵਿੱਚ। ਮਰਾਠਾ ਮੈਸੂਰ ਯੁੱਧ ਦਾ ਹਿੱਸਾ ਸੀ ਬੈਟਲ ਆਫ ਸੈਵਨੂਰ। ਨੈਕਸਟ ਕੁਐਸਚਨ ਹੈ ਜੀ ਆਪਣਾ, ਇੰਦਰ ਅਤੇ ਵਰੁਣ ਦੇਵਤਿਆਂ ਦਾ ਜ਼ਿਕਰ ਕਿਹੜੇ ਅਭਿਲੇਖ ਤੋਂ ਮਿਲਦਾ ਹੈ? ਇੰਦਰ ਅਤੇ ਵਰੁਣ ਦੇਵਤਿਆਂ ਦਾ ਜ਼ਿਕਰ ਕਿਹੜੇ ਅਭਿਲੇਖ ਤੋਂ ਮਿਲਦਾ ਹੈ? ਕਿਹੜੇ ਅਭਿਲੇਖ ਤੋਂ ਮਿਲਦਾ ਹੈ ਆਪਾਂ ਨੂੰ? ਆਨਸਰ ਹੋਏਗਾ ਆਪਣਾ ਬੋਗਸ ਕੋਈ ਦਾ ਜਿਹੜਾ ਅਭਿਲੇਖ ਹੋਇਆ ਹੈ
ਉਸ ਤੋਂ ਆਪਾਂ ਨੂੰ ਇੰਦਰ ਅਤੇ ਵਰੁਣ ਦੇਵਤਿਆਂ ਬਾਰੇ ਜਿਹੜਾ ਉਸ ਦਾ ਜ਼ਿਕਰ ਆਪਾਂ ਨੂੰ ਮਿਲਦਾ ਹੈ। ਇੰਦਰ ਅਤੇ ਵਰੁਣ ਦੇਵਤਿਆਂ ਤੋਂ ਇਲਾਵਾ ਜਿਹੜਾ ਹੈ ਮਿੱਤਰ ਅਤੇ ਨਸਤਯ ਮਿੱਤਰ ਅਤੇ ਨਸਤਯ ਦੇਵਤੇ, ਇਹ ਚਾਰ ਦੇਵਤਿਆਂ ਦਾ ਜ਼ਿਕਰ ਆਪਾਂ ਨੂੰ ਜਿਹੜਾ ਹੈ ਬੋਗਸ ਕੋਈ ਦੇ ਵਿੱਚ ਮਿਲਦਾ ਹੈ। ਇੰਦਰ, ਵਰੁਣ, ਮਿੱਤਰ ਅਤੇ ਨਸਤਯ, ਇਹਨਾਂ ਦੇਵਤਿਆਂ ਦਾ ਗਿਆਨ ਆਪਾਂ ਨੂੰ ਮਿਲਦਾ ਹੈ ਬੋਗਸ ਕੋਈ ਜਿਹੜਾ ਅਭਿਲੇਖ ਸੀਗਾ। ਬੋਗਸ ਕੋਈ ਅਭਿਲੇਖ ਕਿੱਥੋਂ ਮਿਲਿਆ ਜੀ? ਇਹ ਮਿਲਿਆ ਮੈਸੋਪੋਟਾਮੀਆ ਤੋਂ ਅਤੇ ਇਸ ਦੀ ਖੋਜ ਕਿਸਨੇ ਕੀਤੀ? ਇਸ ਦੀ ਖੋਜ ਕੀਤੀ ਹੈ ਹੂਗੋ ਵਿੰਕਲਰ ਨੇ 1907 ਈਸਵੀ ਚ ਦੀ ਖੋਜ ਕੀਤੀ ਸੀਗੀ ਮੈਸੋਪੋਟਾਮੀਆ ਦੇ ਵਿੱਚ ਬੋਗਸ ਕੋਈ ਦੇ ਵਿੱਚ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਣਾ 14 ਕਿਲੋਮੀਟਰ ਲੰਬੀ ਢੇਬਰ ਝੀਲ ਦਾ ਨਿਰਮਾਣ ਕਿਸਨੇ ਕਰਵਾਇਆ ਸੀਗਾ? ਜਿਹੜੀ ਢੇਬਰ ਝੀਲ ਹੋਈ ਹੈ ਇਸ ਦਾ ਨਿਰਮਾਣ ਕਿਸਨੇ ਕਰਵਾਇਆ ਸੀਗਾ ਜਿਹੜੀ ਕਿ 14 ਕਿਲੋਮੀਟਰ ਲੰਬੀ ਹੈ? ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਇਹਦਾ ਜੀ? ਇਹ ਕਰਵਾਈ ਸੀਗੀ ਮਹਾਰਾਣਾ ਜੈ ਸਿੰਘ ਨੇ। ਮਹਾਰਾਣਾ ਜੈ ਸਿੰਘ ਨੇ ਜਿਹੜਾ ਇਸ ਦਾ ਨਿਰਮਾਣ ਕਰਾਇਆ ਸੀਗਾ। ਕਦੋਂ ਕਰਾਇਆ ਜੀ? 1685 ਈਸਵੀ ਦੇ ਵਿੱਚ ਗੋਮਤੀ ਨਦੀ ਦੇ ਕਿਨਾਰੇ। ਗੋਮਤੀ ਨਦੀ ਜਿਹੜੀ ਸੀ, ਗੋਮਤੀ ਨਦੀ ਦੇ ਕਿਨਾਰੇ ਤੇ ਜਿਹੜੇ ਉਦੈਪੁਰ ਦੇ ਸ਼ਾਸਕ ਸੀਗੇ, ਮਹਾਰਾਜਾ ਸੀਗੇ ਜੈ ਸਿੰਘ, ਉਹਨਾਂ ਨੇ ਜਿਹੜਾ ਇਸ ਦਾ ਨਿਰਮਾਣ ਕਰਵਾਇਆ। ਕਿੱਥੋਂ ਦੇ ਸ਼ਾਸਕ ਸੀਗੇ ਮਹਾਰਾਣਾ ਜੈ ਸਿੰਘ? ਉਦੈਪੁਰ ਦੇ ਸ਼ਾਸਕ ਸੀਗੇ, ਉਹਨਾਂ ਨੇ ਬਣਵਾਇਆ ਸੀਗਾ। ਤੇ ਇਸੇ ਝੀਲ ਨੂੰ ਜਿਹੜਾ ਹੈ ਢੇਬਰ ਝੀਲ ਜਿਹੜੀ ਹੈ, ਇਸੇ ਨੂੰ ਦੂਜਾ ਨਾਮ ਜਿਹੜਾ ਇਸ ਦਾ ਜੈਸਮੰਦ ਝੀਲ ਵੀ ਹੈ, ਜੈਸਮੰਦ ਝੀਲ ਵੀ ਕਿਹਾ ਜਾਂਦਾ ਇਸੇ ਨੂੰ। ਠੀਕ ਹੈ। ਇਸ ਦੀ ਲੰਬਾਈ ਜਿਹੜੀ ਹੈ ਉਹ 14 ਕਿਲੋਮੀਟਰ ਹੈ ਅਤੇ ਇਸ ਦੀ ਜਿਹੜੀ ਡੂੰਘਾਈ ਹੈ, ਜੇ ਡੂੰਘਾਈ ਦੀ ਗੱਲ ਕਰੀਏ ਤਾਂ ਉਹ ਹੈਗੀ 102 ਫੁੱਟ ਦੀ, 102 ਫੁੱਟ ਜਾਂ ਕਹਿ ਲਓ 31 ਮੀਟਰ, ਇੰਨੀ ਦੀ ਡੂੰਘਾਈ ਹੈ। ਉਸ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਦੇ ਵਿੱਚ ਇਹ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਬਣਾਉਟੀ ਝੀਲ ਸੀਗੀ। ਠੀਕ ਹੈ। ਤਾਂ ਇਸ ਝੀਲ ਦੇ ਕਿਨਾਰੇ ਜਿਹੜਾ ਹੈ ਉਸਨੇ 9 ਘਾਟ ਵੀ ਬਣਵਾਏ ਸੀਗੇ। ਕਿਹੜੀ ਝੀਲ ਹੈ ਜੀ? ਢੇਬਰ ਝੀਲ, ਜਾਂ ਫਿਰ ਆਪਾਂ ਕਿਹੜੀ ਝੀਲ ਬੋਲਾਂਗੇ ਇਹਨੂੰ? ਜੈਸਮੰਦ ਝੀਲ ਬੋਲ ਲੈਂਦੇ ਹਾਂ। ਠੀਕ ਹੈ। ਨੈਕਸਟ ਕੁਐਸਚਨ ਆਪਣਾ ਇਤਿਹਾਸਕ ਨਜ਼ਰ ਤੋਂ ਸਭ ਤੋਂ ਮਹੱਤਵਪੂਰਨ ਜੈਨ ਗ੍ਰੰਥ ਕਿਹੜਾ ਹੈ? ਜਿਹੜੇ ਜੈਨ ਗ੍ਰੰਥ ਹੋਏ ਨੇ ਜੀ, ਜੇ ਆਪਾਂ ਇਤਿਹਾਸਕ ਨਜ਼ਰ ਤੋਂ ਦੇਖੀਏ ਤਾਂ ਸਭ ਤੋਂ ਮਹੱਤਵਪੂਰਨ ਕਿਹੜਾ ਜੈਨ ਗ੍ਰੰਥ ਜਿਹੜਾ ਮੰਨਿਆ ਜਾਂਦਾ ਹੈ? ਤਾਂ ਇਸ ਦਾ ਆਪਣਾ ਰਾਈਟ ਆਨਸਰ ਕੀ ਹੋਏਗਾ ਜੀ? ਇਹ ਹੈ ਜੀ ਆਪਣਾ ਪ੍ਰਸਿਸ਼ਟ ਪਰਵ ਜਿਹੜਾ ਜੈਨ ਗ੍ਰੰਥ ਹੋਇਆ ਹੈ ਉਹ ਇਤਿਹਾਸਿਕ ਨਜ਼ਰ ਤੋਂ ਸਭ ਤੋਂ ਜਿਹੜਾ ਮਹੱਤਵਪੂਰਨ ਗ੍ਰੰਥ ਮੰਨਿਆ ਜਾਂਦਾ ਹੈ। ਠੀਕ ਹੈ। ਇਸ ਦੀ ਜਿਹੜੀ ਰਚਨਾ ਹੋਈ ਸੀਗੀ ਉਹ 12ਵੀਂ ਸ਼ਤਾਬਦੀ ਵਿੱਚ ਹੋਈ ਸੀਗੀ ਜੀ। ਇਸ ਦੀ ਰਚਨਾ ਕੀਤੀ ਗਈ ਹੈ ਆਚਾਰਿਆ ਹੇਮਚੰਦਰ ਜੀ ਦੁਆਰਾ। ਆਚਾਰਿਆ ਹੇਮਚੰਦਰ ਜਿਹੜੇ ਸੀਗੇ ਉਹਨਾਂ ਦੁਆਰਾ ਇਸ ਦੀ ਰਚਨਾ ਕੀਤੀ ਗਈ ਹੈ 12ਵੀਂ ਸ਼ਤਾਬਦੀ ਵਿੱਚ। ਪ੍ਰਸਿਸ਼ਟ ਪਰਵ। ਨੈਕਸਟ ਕੁਐਸਚਨ ਆਪਣਾ ਪ੍ਰੀ ਹਿਸਟੋਰਿਕ ਐਂਸ਼ੀਐਂਟ ਐਂਡ ਹਿੰਦੂ ਇੰਡੀਆ ਕਿਸ ਦੀ ਰਚਨਾ ਹੈ? ਇਸ ਬੁੱਕ ਦੀ ਜਿਹੜੀ ਰਚਨਾ ਹੈ ਉਹ ਕਿਸਨੇ ਕੀਤੀ ਹੈ ਜੀ? ਕਿਸ ਦੁਆਰਾ ਇਸ ਦੀ ਰਚਨਾ ਕੀਤੀ ਗਈ ਹੈ? ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਆਪਣਾ? ਇਸ ਦਾ ਰਾਈਟ ਆਨਸਰ ਹੈ ਆਰ.ਸੀ. ਬੈਨਰਜੀ ਦੁਆਰਾ ਜਿਹੜਾ ਹੈ ਇਸ ਦੀ ਰਚਨਾ ਜਿਹੜੀ ਹੈ ਕੀਤੀ ਗਈ। ਆਰ.ਸੀ. ਬੈਨਰਜੀ ਜਿਹੜੇ ਸੀਗੇ ਇਹ ਬਨਾਰਸ ਹਿੰਦੂ ਯੂਨੀਵਰਸਿਟੀ ਜਿਹੜੀ ਸੀ ਉਹਦੇ ਵਿੱਚ ਭਾਰਤੀ ਇਤਿਹਾਸ ਅਤੇ ਸੰਸਕ੍ਰਿਤੀ ਦੇ ਪ੍ਰੋਫੈਸਰ ਦੇ ਵਜੋਂ ਇਹਨਾਂ ਨੇ ਕੰਮ ਕੀਤਾ। ਇਸ ਤੋਂ ਇਲਾਵਾ ਪ੍ਰੀ ਹਿਸਟੋਰਿਕ ਐਂਸ਼ੀਐਂਟ ਐਂਡ ਹਿੰਦੂ ਇੰਡੀਆ ਤੋਂ ਇਲਾਵਾ ਇਹਨਾਂ ਦੇ ਹੋਰ ਰਚਨਾਵਾਂ ਜਿਹੜੀਆਂ ਨੇ ਉਹ ਹੈਗੀਆਂ ਜੀ, ਇੱਕ ਹੈਗੀ ਹੈ ਏਜ ਆਫ ਦਾ ਇੰਪੀਰੀਅਲ ਗੁਪਤਾਸ, ਇੱਕ ਆ ਵੀ ਰਚਨਾ ਹੈਗੀ ਹੈ। ਇੱਕ ਹੋਰ ਰਚਨਾ ਹੈਗੀ ਇਹਨਾਂ ਦੀ ਜੀ ਬੈਂਗਲਰ ਇਤਿਹਾਸ।
ਬੈਂਗਲਾਰ ਇਤਿਹਾਸ ਵੀ ਇਹਨਾਂ ਦੀ ਰਚਨਾ ਹੈ ਜੀ। ਏਜ ਆਫ ਦਾ ਇੰਪੀਰੀਅਲ ਗੁਪਤਾਸ ਵੀ ਇਹਨਾਂ ਦੀ ਰਚਨਾ ਹੈ ਅਤੇ ਪ੍ਰੀ ਹਿਸਟੋਰਿਕ ਐਂਸ਼ੀਅੰਟ ਹਿੰਦੂ ਇੰਡੀਆ ਇਹ ਵੀ ਇਹਨਾਂ ਦੀ ਰਚਨਾ ਹੈ ਜੀ। ਆਰ.ਸੀ. ਬੈਨਰਜੀ ਜਿਹੜੇ ਕੀ ਸੀਗੇ ਇਤਿਹਾਸ, ਭਾਰਤੀ ਇਤਿਹਾਸ ਤੇ ਸੰਸਕ੍ਰਿਤ ਦੇ ਪ੍ਰੋਫੈਸਰ ਸੀਗੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ। ਨੈਕਸਟ ਕੁਐਸਚਨ ਹੈ ਜੀ ਆਪਣਾ, ਜੂਨਾਗੜ੍ਹ ਰਿਆਸਤ ਨੂੰ ਭਾਰਤ ਵਿੱਚ ਮਿਲਾਉਣ ਲਈ ਜਨਮਤ ਸੰਗ੍ਰਹਿ ਕਦੋਂ ਕਰਵਾਇਆ ਗਿਆ? ਜੂਨਾਗੜ੍ਹ ਰਿਆਸਤ ਨੂੰ ਭਾਰਤ ਵਿੱਚ ਮਿਲਾਉਣ ਲਈ ਜੂਨਾਗੜ੍ਹ ਜਨਮਤ ਸੰਗ੍ਰਹਿ ਜਿਹੜਾ ਉਹ ਕਦੋਂ ਕਰਵਾਇਆ ਗਿਆ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਏਗਾ ਉਹ ਕੀ ਹੋਏਗਾ ਜੀ? ਇਸ ਦਾ ਰਾਈਟ ਆਨਸਰ ਹੈ 20 ਫਰਵਰੀ 1948। 20 ਫਰਵਰੀ 1948 ਦੇ ਵਿੱਚ ਜੂਨਾਗੜ੍ਹ ਰਿਆਸਤ ਨੂੰ ਜਿਹੜਾ ਭਾਰਤ 'ਚ ਮਿਲਾਉਣ ਦਾ ਸੰਗ੍ਰਹਿ ਜਿਹੜਾ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜੀ ਹੈਦਰਾਬਾਦ ਹੈਗਾ, ਹੈਦਰਾਬਾਦ ਰਿਆਸਤ ਜਿਹੜੀ ਸੀ ਉਸ ਨੂੰ ਕਦੋਂ ਮਿਲਾਇਆ ਗਿਆ ਭਾਰਤ ਦੇ ਵਿੱਚ? 17 ਸਤੰਬਰ 1948। 20 ਫਰਵਰੀ ਜੂਨਾਗੜ੍ਹ, 17 ਸਤੰਬਰ ਹੈਦਰਾਬਾਦ, ਇਹਨਾਂ ਨੂੰ ਭਾਰਤ ਦੇ ਵਿੱਚ ਮਿਲਾਇਆ ਗਿਆ। ਨੈਕਸਟ ਕੁਐਸਚਨ ਆਪਣਾ, ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਕਿੱਥੇ ਹੈ? ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਕਿੱਥੇ ਹੈ? ਤਾਂ ਕਿੱਥੇ ਹੈ ਜੀ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ? ਇਸ ਦਾ ਰਾਈਟ ਆਨਸਰ ਕੀ ਹੋਏਗਾ ਜੀ? ਇਹ ਹੈ ਜੀ ਦਿੱਲੀ। ਕਿੱਥੇ ਜੀ? ਦਿੱਲੀ ਦੇ ਵਿੱਚ ਹੈ। 1985 ਦੇ ਵਿੱਚ 1985 ਦੇ ਵਿੱਚ ਰਾਜੀਵ ਗਾਂਧੀ ਦੁਆਰਾ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੀ ਜਿਹੜੀ ਸਥਾਪਨਾ ਦਿੱਲੀ ਦੇ ਵਿੱਚ ਕੀਤੀ ਗਈ, ਇੰਦਰਾ ਗਾਂਧੀ ਦੀ ਯਾਦ ਦੇ ਵਿੱਚ। ਠੀਕ ਹੈ ਜੀ, ਕਿਸ ਦੁਆਰਾ ਕੀਤੀ ਗਈ? ਰਾਜੀਵ ਗਾਂਧੀ ਦੁਆਰਾ। ਰਾਜੀਵ ਗਾਂਧੀ ਦੁਆਰਾ ਜਿਹੜਾ ਹੈ ਦਿੱਲੀ ਦੇ ਵਿੱਚ 1985 ਚ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦਾ ਜਿਹੜਾ ਹੈ ਨਿਰਮਾਣ ਕਰਵਾਇਆ ਗਿਆ। ਨੈਕਸਟ ਕੁਐਸਚਨ ਹੈ ਆਪਣਾ ਜੀ, ਰਾਮੱਪਾ ਟੈਂਪਲ ਦਾ ਨਿਰਮਾਣ ਕਿਹੜੇ ਵੰਸ਼ ਨੇ ਕਰਵਾਇਆ ਸੀ? ਰਾਮੱਪਾ ਟੈਂਪਲ ਜਿਹੜਾ ਹੈ ਉਸ ਦਾ ਨਿਰਮਾਣ ਕਿਹੜੇ ਵੰਸ਼ ਨੇ ਕਰਵਾਇਆ ਸੀਗਾ? ਤਾਂ ਕਿਸ ਨੇ ਕਰਵਾਇਆ ਸੀਗਾ ਜੀ? ਇਹ ਰਾਈਟ ਆਨਸਰ ਆਪਣਾ ਕੀ ਹੋਏਗਾ? ਕਾਕਤੀਆ ਵੰਸ਼। ਕਾਕਤੀਆ ਵੰਸ਼, ਕਾਕਤੀਆ ਵੰਸ਼ ਦੁਆਰਾ ਜਿਹੜਾ ਹੈ ਰਾਮੱਪਾ ਟੈਂਪਲ ਦਾ ਨਿਰਮਾਣ ਕਰਵਾਇਆ ਗਿਆ। ਰਾਮੱਪਾ ਟੈਂਪਲ ਕਿੱਥੇ ਹੈ ਜੀ? ਇਹ ਹੈਗਾ ਤੇਲੰਗਾਨਾ ਦੇ ਵਿੱਚ। ਤੇਲੰਗਾਨਾ ਦੇ ਵਿੱਚ ਇਸ ਦਾ ਨਿਰਮਾਣ ਹੋਇਆ 1213 ਈਸਵੀ ਦੇ ਵਿੱਚ। 1213 ਈਸਵੀ ਦੇ ਵਿੱਚ ਕਾਕਤੀਆ ਜਿਹੜਾ ਵੰਸ਼ ਸੀਗਾ ਉਸ ਦਾ ਇੱਕ ਸ਼ਾਸਕ ਸੀਗਾ ਜਿਸ ਦਾ ਨਾਮ ਸੀਗਾ ਗਣਪਤੀ ਦੇਵ। ਗਣਪਤੀ ਦੇਵ। ਗਣਪਤੀ ਦੇਵ ਦਾ ਅੱਗੇ ਜਨਰਲ ਸੀਗਾ, ਗਣਪਤੀ ਦੇਵ ਦਾ ਜਨਰਲ ਸੀਗਾ ਜਿਸ ਦਾ ਨਾਮ ਸੀਗਾ ਰਚੇਰਲਾ। ਰਚੇਰਲਾ, ਇਸ ਨੇ ਰਚੇਰਲਾ ਰੁद्र, ਪੂਰਾ ਨਾਮ ਸੀ ਇਹਦਾ ਰਚੇਰਲਾ ਰੁद्र। ਇਸ ਦੁਆਰਾ ਜਿਹੜਾ ਹੈ ਰਾਮੱਪਾ ਟੈਂਪਲ ਦਾ ਨਿਰਮਾਣ ਕਰਵਾਇਆ ਗਿਆ ਸੀਗਾ। ਕਿਹੜੇ ਵੰਸ਼ ਨੇ ਆਪਾਂ ਨੂੰ ਪੁੱਛਿਆ? ਕਾਕਤੀਆ ਵੰਸ਼ ਦੁਆਰਾ। ਕਿੱਥੇ ਹੈ ਰਾਮੱਪਾ ਟੈਂਪਲ? ਤੇਲੰਗਾਨਾ 'ਚ ਹੈ। ਕਦੋਂ ਬਣਾਇਆ ਗਿਆ? 1213 ਈਸਵੀ ਦੇ ਵਿੱਚ। ਕਿਸ ਨੇ ਬਣਵਾਇਆ ਸੀਗਾ? ਰਚੇਰਲਾ ਰੁद्र ਨੇ, ਜਿਹੜਾ ਕਿ ਗਣਪਤੀ ਦੇਵ ਦਾ ਜਿਹੜਾ ਹੈ ਜਨਰਲ ਸੀਗਾ। ਠੀਕ ਹੈ ਜੀ, ਤਾਂ ਇਹ ਸੀਗੇ ਅੱਜ ਦੇ ਆਪਣੇ 16 ਇੰਪੋਰਟੈਂਟ ਕੁਐਸਚਨਸ। ਠੀਕ ਹੈ ਜੀ, ਨੈਕਸਟ ਵੀਡੀਓ ਤੋਂ ਮਿਲਦੇ ਆ ਕੁਝ ਹੋਰ ਇੰਪੋਰਟੈਂਟ ਕੁਐਸਚਨ ਲੈ ਕੇ। ਇਸ ਤੋਂ ਬਾਅਦ ਜਿਹੜਾ ਹੈ ਆਪਾਂ ਇੱਕ ਵਾਰੀ ਥੋੜੀ ਮੋਟੀ ਰਿਵੀਜ਼ਨ ਸਟਾਰਟ ਕਰਾਂਗੇ ਜਾਂ ਫਿਰ ਕੁਝ ਹੋਰ ਜਿਹੜੇ ਕੁਐਸਚਨ ਹੈ ਇੰਪੋਰਟੈਂਟ ਐਗਜ਼ਾਮ ਤੋਂ ਪਹਿਲਾਂ ਇੱਕ ਸੀਰੀਜ਼ ਹੋਰ ਚਲਾਉਂਦੇ ਆ ਆਪਾਂ, ਜਿਹੜੇ ਕਿ ਐਕਸਪੈਕਟਡ ਕੁਐਸਚਨ ਦੀ ਸੀਰੀਜ਼ ਆਪਾਂ ਚਲਾਵਾਂਗੇ। ਉਹ ਜਲਦੀ ਆਪਾਂ ਲੈ ਕੇ ਆ ਰਹੇ ਤੁਹਾਡੇ ਸਾਹਮਣੇ। ਸੋ ਮਿਲਦੇ ਆ ਆਪਣੀ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਤੁਸੀਂ ਜਿਹੜਾ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਜਿਹੜਾ ਤੁਸੀਂ ਸ਼ੇਅਰ ਕਰੋ ਜੀ। ਧੰਨਵਾਦ।